ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਗੈਂਗਸਟਰ ਬੁਰੇ ਨੂੰ ਨਹੀਂ ਬੁਰੇ ਦੀ ਮਾਂ ਨੂੰ ਮਾਰੋ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਗੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 'ਚ ਸੂਬੇ 'ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਕਰਨ ਲਈ ਵੱਡੇ ਵੱਡੇ ਵਾਅਦੇ ਵੱਡੇ ਦਾਅਵੇ ਕੀਤੇ ਗਏ ਸੀ। ਜੇਕਰ ਗੱਲ ਕਰੀਏ ਜਿਸ ਦਿਨ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਕਈ ਘਟਨਾਵਾਂ ਅਜਿਹੀਆਂ ਵਾਪਰ ਚੁੱਕੀਆਂ ਨੇ ਜਿਸ 'ਚ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਅਤੇ ਇਸੇ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚੋਂ ਗੈਂਗਸਟਰਾਂ ਨੂੰ ਖਤਮ ਕਰਨ ਲਈ, ਗੈਂਗਸਟਰਾਂ ਦਾ ਸਫਾਇਆ ਕਰਨ ਲਈ ਇੱਕ ਨਵੀਂ ਟਾਸਕ ਫੋਰਸ ਦਾ ਗਠਨ ਕੀਤਾ ਗਿਆ। ਕੱਲ੍ਹ ਐਲਾਨ ਕੀਤਾ ਗਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਨਵੇਂ ਮੁੱਖ ਮੰਤਰੀ ਦੀ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ? ਵੈਸੇ ਕਿਸੇ ਸਮੇਂ 'ਚ ਪੰਜਾਬ ਦੇ ਲੋਕ ਫਿਲਮਾਂ 'ਚ ਅਤੇ ਆਲੇ ਦੁਆਲੇ ਦੇਖਦੇ ਸੀ ਅਤੇ ਸੁਣਦੇ ਸੀ ਕਿ ਬਿਹਾਰ ਦੇ ਵਿੱਚ ਫਿਲਮਾਂ ਦੇ ਵਿੱਚੋਂ ਕਿਵੇਂ ਕੰਮ ਚਲਾਇਆ ਮਤਲਬ ਜੇਲ੍ਹਾਂ ਦੇ ਵਿੱਚੋਂ ਕਿਵੇਂ ਕੰਮ ਚਲਾਇਆ ਜਾ ਰਿਹਾ। ਜੇਲ੍ਹ ਦੇ ਵਿੱਚ ਬੈਠਾ ਬੰਦਾ ਬਾਹਰ ਬੰਦਾ ਮਰਾ ਦਿੰਦਾ ਅਤੇ ਉਹਨਾਂ ਦਾ ਸਾਰਾ ਸੈਟਅਪ ਇਹੋ ਜਿਹਾ ਚੱਲਦਾ। ਅਤੇ ਹੁਣ ਉਹ ਸਾਰਾ ਪ੍ਰੋਸੈਸ, ਸਾਰੀ ਪ੍ਰਕਿਰਿਆ ਪੰਜਾਬ ਦੇ ਵਿੱਚ ਵੀ ਪ੍ਰੈਕਟੀਕਲ ਦੇਖਣ ਨੂੰ ਮਿਲ ਰਹੀ ਹੈ ਕਾਫੀ ਲੰਬੇ ਸਮੇਂ ਤੋਂ। ਇਹ ਕੋਈ ਹੁਣੇ ਨਹੀਂ ਕਿ ਆਹ ਸਰਕਾਰ ਆਈ ਹੈ, ਇਹ ਤੋਂ ਪਹਿਲੀਆਂ ਸਰਕਾਰਾਂ ਵੀ। ਔਰ ਦਾਅਵੇ ਸਰਕਾਰਾਂ ਦੇ ਇੱਕੋ ਜਿਹੇ ਹੁੰਦੇ ਨੇ ਕਿ ਅਸੀਂ ਸਖਤੀ ਨਾਲ ਨਜਿੱਠਾਂਗੇ, ਅਸੀਂ ਇਹ ਸਾਰੇ ਕੰਮ ਨੂੰ ਰੋਕ ਦੇਵਾਂਗੇ ਪੂਰੀ ਦੀ ਪੂਰੀ ਤਰੀਕੇ ਦੇ ਨਾਲ। ਔਰ ਉਹ ਸਖਤੀਆਂ ਕਰਨ ਦੇ ਲਈ ਸਭ ਨੇ ਬਣਾਇਆ। ਪਹਿਲਾਂ ਵੀ STF ਬਣਾਈ ਸੀ, ਫਿਰ ਓਕੂ ਬਣਾ ਲਈ, ਫਿਰ STF ਬਣਾ ਲਈ। ਮਤਲਬ ਨਾਮ ਰੱਖ ਲਏ ਅਲੱਗ-ਅਲੱਗ, ਅਤੇ ਉਹਦੇ ਨਾਲ ਬਣਾਉਣ ਦੇ ਨਾਲ ਫਿਰ ਕੀ ਹੈ ਕਿ ਤੁਸੀਂ ਉਹ ਜਿਹੜਾ ਪ੍ਰੋਸੈਸ ਆਲਰੇਡੀ ਚੱਲਦਾ ਹੈ, ਕਿਸੇ ਦਾ ਕੋਈ ਰਿਵਿਊ ਨਹੀਂ ਕਰਨਾ ਵੀ ਉਹਦੇ 'ਚ ਆਪਾਂ ਸਫਲ ਕਿਉਂ ਨਹੀਂ ਹੋਏ, ਉਹ ਚੀਜ਼ਾਂ ਵੱਧਦੀਆਂ ਕਿਉਂ ਜਾ ਰਹੀਆਂ ਨੇ, ਘੱਟ ਕਿਉਂ ਨਹੀਂ ਰਹੀਆਂ। ਮਤਲਬ ਵਿਚਾਰ ਕਰਨ ਦੀ ਬਜਾਏ ਥੋੜ੍ਹਾ ਜਿਹਾ ਲੋਕਾਂ ਨੂੰ ਦੇਣ ਦੀ ਬਜਾਏ ਵੀ ਅਸੀਂ ਕੁਝ ਨਵਾਂ ਕਰ ਰਹੇ ਹਾਂ, ਇੱਕ ਨਵਾਂ ਪ੍ਰੈਸ ਨੋਟ ਆ ਜਾਂਦਾ ਹੈ, ਜਾਂ ਕੋਈ ਅਫਸਰ ਦਾ ਨਾਮ ਬਦਲ ਦੋਗੇ, ਜਾਂ ਤੁਸੀਂ ਸੰਸਥਾ ਦਾ ਨਾਮ ਬਦਲ ਦੋਗੇ। ਮਤਲਬ ਇਹ ਜਿਹੜਾ ਪੈਚ ਵਰਕ ਦੇ ਸੈਟਅਪ ਨੇ, ਇਹਨਾਂ ਨੇ ਉਸ ਲੈਵਲ 'ਤੇ ਕੰਮ ਕਰਨਾ ਨਹੀਂ ਹੈ, ਔਰ ਨਾ ਹੀ ਪਹਿਲਾਂ ਹੋਇਆ ਅਤੇ ਨਾ ਹੀ ਹੋਰ ਇਸ ਲੈਵਲ 'ਤੇ ਹੋਏਗਾ। ਹੁਣ ਮਿਸਾਲ ਦੇ ਤੌਰ 'ਤੇ ਇਹ ਹੈ ਕਿ ਪੁਲਿਸ ਤੰਤਰ ਹੈ ਓਵਰਆਲ, ਲੋਕਾਂ ਨੂੰ ਹਜ਼ਾਰਾਂ ਸ਼ਿਕਾਇਤਾਂ ਨੇ ਪੁਲਿਸ ਦੇ ਬਾਰੇ 'ਚ, ਪੁਲਿਸ ਦੇ ਵਿਵਹਾਰ ਦੇ ਬਾਰੇ 'ਚ। ਪੁਲਿਸ ਤੋਂ ਡਰਦਾ ਕਿਉਂ ਨਹੀਂ ਥਾਣੇ ਜਾਂਦਾ ਬੰਦਾ, ਰਿਪੋਰਟ ਦਰਜ ਕਰਾਉਣ ਕਿਉਂ ਨਹੀਂ ਜਾਂਦਾ? ਕਿਉਂਕਿ ਸਾਡੇ ਕੋਲ ਇਹੋ ਜਿਹਾ ਡਰ ਅਤੇ ਸਹਿਮ ਦਾ ਮਾਹੌਲ ਹੈ। ਅਸੀਂ ਵੈਸਟਰਨ ਕੰਟਰੀ ਦੀ ਪੁਲਿਸ ਅਤੇ ਇੱਥੇ ਦੀ ਗੱਲ ਕਰਦੇ ਨੇ, ਉੱਥੇ ਕਹਿੰਦੇ ਨੇ ਜਦ ਬੰਦਾ ਸੰਕਟ 'ਚ ਹੈ ਪੁਲਿਸ ਵੱਲ ਨੂੰ ਭੱਜਦਾ ਹੈ। ਸਾਡੇ ਜਦ ਬੰਦਾ ਸੰਕਟ 'ਚ ਹੈ, ਪੁਲਿਸ ਵਾਲਾ ਉਹ ਦੇਖ ਲਿਆ, ਉਹਨੂੰ ਲੱਗਦਾ ਮੈਂ ਹੋਰ ਸੰਕਟ 'ਚ ਆ ਜਾਊਂਗਾ, ਮੈਂ ਦੂਜੇ ਪਾਸੇ ਨੂੰ ਜਾਂਦਾ ਕਿਸੇ ਨਾ ਕਿਸੇ ਰੂਪ 'ਚ। ਇਹ ਪ੍ਰਭਾਵ ਕਿਉਂ ਬਣਿਆ? ਇਹਦਾ ਸਿਸਟਮ ਕੀ ਹੈ? ਸਾਡੇ ਬਸਤੀਵਾਦ ਵੇਲੇ ਦੀ ਪੁਲਿਸ ਹੈ, ਜਿਹੋ ਜਿਹੀ ਅੰਗਰੇਜ਼ਾਂ ਨੂੰ ਚਾਹੀਦੀ ਸੀ, ਜਿਹੋ ਜਿਹੇ ਕਿਸੇ ਗੁਲਾਮ ਮੁਲਕ 'ਤੇ ਕਾਬੂ ਕਰਨ ਲਈ ਡੰਡੇ ਦਾ ਡਰ ਚਾਹੀਦਾ ਹੁੰਦਾ, ਉਹੋ ਜਿਹੇ ਡਰ ਵਾਲੀ ਪੁਲਿਸ ਹੈ। ਅਸੀਂ ਪੁਲਿਸ ਐਕਟ ਨਹੀਂ ਬਦਲਦੇ ਉਦੋਂ ਤੋਂ ਲੈ ਕੇ, ਉਹੋ ਜਿਹੀ ਟ੍ਰੇਨਿੰਗ ਨਹੀਂ ਬਦਲਦੇ, ਉਹੋ ਜਿਹਾ ਮਾਹੌਲ ਨਹੀਂ ਬਦਲਦੇ। ਪੁਲਿਸਿੰਗ ਦਾ ਇੱਕ ਪੈਟਰਨ ਜਿਹੜਾ ਹੁੰਦਾ ਬਦਲਣਾ, ਉਹ ਪੁਲਿਸ ਦੋਸਤ ਕਿਵੇਂ ਹੁੰਦੀ ਆ ਲੋਕਾਂ ਦੀ, ਉਸ ਲੈਵਲ ਦਾ ਮਾਹੌਲ ਨਹੀਂ ਬਣਾਉਂਦੇ। ਤਾਂ ਫਿਰ ਉਹ ਚੀਜ਼ਾਂ ਕਿਵੇਂ ਠੀਕ ਹੋਣਗੀਆਂ ਬਾਕੀ ਦੀਆਂ ਜਿਹੜੀਆਂ ਚੱਲਦੀਆਂ ਨੇ ਇਸ ਪੱਧਰ ਦੇ ਉੱਤੇ? ਇਸੇ ਕਰਕੇ ਇਹ ਹੈ ਕਿ ਜਿਹੜੀਆਂ ਇਹ ਨਵੀਂ ਹੁਣ ਕੋਈ STF ਜਾਂ ਬਾਕੀ ਬਣਾਈ ਹੈ, ਐਵੇਂ ਨਸ਼ਿਆਂ 'ਤੇ ਵੀ ਬਣਾਈ ਸੀ, ਨਸ਼ਿਆਂ 'ਤੇ ਵੀ STF ਬਣਾਤੀ ਸੀਗੀ। ਫਿਰ ਉਹ ਰੌਲਾ ਪੈ ਗਿਆ, ਉਹ ਕਹਿੰਦੇ ਜੀ ਉਹ 'ਚ ਤਾਂ ਬਣਾ ਇਸ ਲੈਵਲ 'ਤੇ ਦਿੱਤੀ ਸੀ ਕਿ ਉਹ ਡਾਇਰੈਕਟ ਚੀਫ ਮਿਨਿਸਟਰ ਨੂੰ ਮਤਲਬ ਰਿਪੋਰਟ ਕਰੇਗੀ, DGP ਨੂੰ ਵੀ ਨਹੀਂ ਕਰੇਗੀ, ਹੋਮ ਸੈਕਟਰੀ ਨੂੰ ਵੀ ਕਰੇਗੀ ਰਸਤੇ 'ਚ। ਤਾਂ ਉਹ ਪਾਵਰ ਸੈਕਟਰ ਖੜ੍ਹੇ ਹੋ ਜਾਂਦੇ ਨੇ, ਵਿੱਚ ਹੀ ਤਣਾਅ ਖੜ੍ਹੇ ਹੋ ਜਾਂਦੇ ਨੇ ਉਸੇ ਫੋਰਸ ਦੇ ਵਿੱਚ। ਉਹ ਇੱਕ ਦੂਜੇ ਦੀਆਂ ਲੱਤਾਂ ਵੀ ਖਿੱਚਣਗੇ ਔਰ ਖਿੱਚਣ ਲੱਗ ਜਾਂਦੇ ਨੇ। ਕਿੰਨੇ ਪੁਲਿਸ ਵਾਲੇ ਅਫਸਰਾਂ ਤੱਕ ਉਹ ਚੀਜ਼ਾਂ ਸਾਹਮਣੇ ਆਈਆਂ ਪਈਆਂ ਨੇ, ਔਰ ਜਿਹੜੀਆਂ ਰਿਪੋਰਟਾਂ ਦੱਬੀਆਂ ਪਈਆਂ ਨੇ। ਹਾਈ ਕੋਰਟ ਦੇ ਵਿੱਚ ਪਈ ਹੈ ਡਰੱਗ ਦੀ ਮਾਮਲੇ ਦੀ ਰਿਪੋਰਟ ਹਰਪ੍ਰੀਤ ਸਿੱਧੂ ਵਾਲੀ, ਕਿ ਕਿਹੜੇ ਪੁਲਿਸ ਅਫਸਰਾਂ ਦਾ ਵੀ ਨਸ਼ੇ ਵਿਕਾਉਣ 'ਚ ਹੱਥ ਹੈ, ਬਾਕੀ ਦੀਆਂ ਚੀਜ਼ਾਂ ਨੇ। ਉਹ ਤਾਂ ਐਕਸਪੋਜ਼ ਕਰੋ ਨਾ, ਉਹ ਚੀਜ਼ਾਂ ਸਾਰੇ ਲੋਕਾਂ ਦੇ ਸਾਹਮਣੇ ਲਿਆਓਗੇ ਤਾਂ ਥੋੜ੍ਹਾ ਬਹੁਤ ਕੁਝ ਇਸ ਲੈਵਲ ਦਾ ਆਏਗਾ। ਔਰ ਇਸ ਕਰਕੇ ਇਹ ਜਿਹੜਾ ਇੱਕ ਪਹਿਲੂ ਹੈ ਨਾ ਦੂਜਾ, ਕਿ ਅਸੀਂ ਮਾਰ ਦਾਂਗੇ ਬੰਦੇ। ਔਰ ਨੋਮ ਚੋਮਸਕੀ ਬਹੁਤ ਵੱਡੇ ਮਤਲਬ ਦੁਨੀਆ ਦੇ ਵਿੱਚ ਅੱਜ ਕੱਲ੍ਹ ਸਭ ਤੋਂ ਮੰਨੇ ਪਰਮੰਨੇ ਉਹ ਪੋਲੀਟੀਕਲ ਵਿਸ਼ਲੇਸ਼ਕ ਨੇ, ਜਿਹੜੇ ਅਮਰੀਕਾ ਦੀ ਗੌਰਮੈਂਟ ਦੇ ਹਮੇਸ਼ਾ ਕ੍ਰਿਟਿਕ ਕਰ ਰਹੇ ਨੇ। ਹਾਲਾਂਕਿ ਅਮਰੀਕਾ ਦੇ ਵਿੱਚ ਅੰਦਰ ਢਾਂਚਾ ਮੰਨਿਆ ਜਾਂਦਾ, ਅਸੀਂ ਸਾਡੇ ਜਿਹੜੇ ਬੰਦੇ ਜਾਂਦੇ ਨੇ ਉੱਥੇ ਕਾਨੂੰਨ ਬਹੁਤ ਲਾਗੂ ਹੁੰਦਾ, ਫਲਾਨਾ ਜੇ ਉਹ, ਪਰ ਉਹਨੂੰ ਵੀ ਇਹ ਕਹਿੰਦੇ ਨੇ, ਉਹ ਕਹਿੰਦੇ ਨੇ ਜਿਹੜਾ ਲਾਈਨ ਤੋਂ ਲਈ ਹੈ ਨਾ ਕਿ ਮੈਂ ਦਹਿਸ਼ਤਵਾਦ ਖਤਮ ਕਰ ਦੂੰਗਾ, ਇਹ ਹੋਣਾ ਨਹੀਂ ਹੈ। ਉਹ ਕਹਿੰਦਾ ਪਹਿਲਾਂ ਦਿਮਾਗ 'ਚੋਂ ਕੀੜਾ ਇੱਕ ਕੱਢਣਾ ਪਏਗਾ, ਜਿਹੜਾ ਮਹਾਸ਼ਕਤੀਵਾਦ ਹੈ, ਸੁਪਰ ਪਾਵਰ ਬਣਨ ਦਾ ਜਿਹੜਾ ਸੁਪਨਾ ਹੈ, ਜਾਂ ਜਿਹੜਾ ਇੱਕ ਦਿਮਾਗ ਦੇ ਵਿੱਚ ਫਤੂਰ ਹੈ, ਉਹ ਕੱਢੋ ਤਾਂ ਦਹਿਸ਼ਤਵਾਦ ਖਤਮ ਹੋਏਗਾ। ਇਹ ਦੋਨੋਂ ਇੱਕੋ ਪਾਸੇ ਦੇ ਮਤਲਬ ਇੱਕੋ ਸਿੱਕੇ ਦੇ ਦੋ ਪਾਸੇ ਨੇ। ਤੁਸੀਂ ਕਿਸੇ 'ਤੇ ਮਹਾਸ਼ਕਤੀ ਹੋਣ ਦੇ ਕਰਕੇ ਲਗਾਤਾਰ ਦਬਾਅ ਪਾ ਰਹੇ ਹੋ, ਡਰਾ ਰਹੇ ਹੋ, ਧਮਕਾ ਰਹੇ ਹੋ, ਧੱਕਾ ਕਰ ਰਹੇ ਹੋ, ਤਾਂ ਸਾਹਮਣੇ ਉਹ ਰਿਐਕਸ਼ਨ ਤਾਂ ਆਉਣਾ ਹੀ ਹੈ।
ਉਹ ਐਕਸ਼ਨ ਜਦੋਂ ਤੁਸੀਂ ਕਰੋਗੇ ਤਾਂ ਰਿਐਕਸ਼ਨ ਨਹੀਂ ਰੁਕ ਸਕਦਾ ਕਿਸੇ ਵੀ ਰੂਪ ਦੇ ਵਿੱਚ। ਇਸ ਕਰਕੇ ਪਹਿਲਾਂ ਆਪਣੇ ਐਕਸ਼ਨ ਵਾਲੀ ਸਾਈਡ ਬੰਦ ਕਰੋ, ਉਦੋਂ ਬਾਅਦ ਰਿਐਕਸ਼ਨ ਦੇ ਲਈ ਕੋਈ ਮੱਲਮ ਪੱਟੀ ਕੋਈ ਕਿਸੇ ਤਰੀਕੇ ਦਾ ਠੀਕ ਹੋਏਗਾ। ਉਹੀ ਸਾਡੇ ਆ ਛੋਟੇ ਸਾਰੇ ਮਾਮਲਿਆਂ ਦੇ ਵਿੱਚ ਨੇ। ਜਦੋਂ ਤੁਸੀਂ ਕਹਿੰਦੇ ਹੋ ਚੋਰੀ ਰੋਕ ਦਾਂਗੇ, ਜਦੋਂ ਤੁਸੀਂ ਕਹਿੰਦੇ ਹੋ ਡਾਕਾ ਰੋਕ ਦਾਂਗੇ, ਜਦੋਂ ਆਹ ਚੀਜ਼ ਹੈ, ਉਹ ਜਿਹੜਾ ਸਾਰਾ ਮਾਹੌਲ ਜਿੰਨਾ ਚਿਰ ਉਹਨੂੰ ਨਹੀਂ ਤੁਸੀਂ ਦੇਖਦੇ, ਉਹਨੂੰ ਗੰਭੀਰਤਾ ਨਾਲ ਮਤਲਬ ਉਹਦੀ ਅਧਿਐਨ ਨਹੀਂ ਕਰਦੇ ਅਤੇ ਉਹਦੇ 'ਤੇ ਫਿਰ ਇੱਕ ਸਹਿਮਤੀ ਨਹੀਂ ਬਣਾਉਂਦੇ, ਸਹਿਮਤੀ ਬਣਾ ਕੇ ਉਹਦੇ 'ਤੇ ਇੱਕ ਵਿਸਤ੍ਰਿਤ ਪ੍ਰੋਗਰਾਮ ਨਹੀਂ ਬਣਾਉਂਦੇ, ਉਹਨਾਂ ਚਿਰ ਤੁਸੀਂ ਕਿਵੇਂ ਰੋਕੋਗੇ? ਜੀ ਹਮੀਰ ਜੀ, ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਗੈਂਗਵਾਰ ਅਤੇ ਫਰੋਤੀ ਦੀਆਂ ਜਿਹੜੀ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਅਤੇ ਇਹਨਾਂ ਦੇ ਵਿੱਚ ਵੱਡੀ ਗਿਣਤੀ 'ਚ ਨੌਜਵਾਨ ਹੀ ਸ਼ਾਮਲ ਨੇ। ਅਤੇ ਅਸੀਂ ਜਾਣਨਾ ਚਾਹਾਂਗੇ ਕਿ ਸਾਡੀ ਨੌਜਵਾਨੀ ਜਿਹੜਾ ਬਾਕੀ ਸਭ ਕੁਝ ਛੱਡ ਕੇ ਇਹ ਗੈਂਗਵਾਰ ਵਾਲੇ ਪਾਸੇ, ਫਿਰੌਤੀ ਦੀ ਮੰਗ ਕਰਨ ਵਾਲੇ ਪਾਸੇ ਜਾ ਰਹੀ ਹੈ, ਇਸ ਦੇ ਪਿੱਛੇ ਕਾਰਨ ਕੀ ਰਹਿ ਰਹੇ ਨੇ ਵੀ ਕਿ ਸਾਡਾ ਨੌਜਵਾਨ ਇਸ ਪਾਸੇ ਦਾ ਰਾਹ ਫਟ ਰਿਹਾ? ਦੇਖੋ, ਇੱਕ ਗੱਲ ਕਲੀਅਰ ਹੈ ਕਿ ਕਿਸੇ ਵੀ ਫੀਲਡ 'ਚ ਨੌਜਵਾਨ ਦੀ ਉਮਰ ਤੱਕ ਜਾਂਦੇ ਜਾਂਦੇ ਕਿੱਧਰ ਜਾਣਾ ਹੈ ਬੰਦੇ ਨੇ, ਜੀ ਇਹ ਮਾਂ ਦੇ ਢਿੱਡ 'ਚੋਂ ਨਹੀਂ ਕੋਈ ਸਿੱਖ ਕੇ ਆਉਂਦਾ ਚੀਜ਼ਾਂ। ਇਹ ਉਹਨੂੰ ਜਿਹੜੇ ਬਾਹਰ ਹਾਲਾਤ ਮਿਲਦੇ ਨੇ, ਜਿਹੋ ਜਿਹਾ ਉਹ ਜਿਹੋ ਜਿਹੇ ਸਕੂਲਾਂ 'ਚ ਪੜ੍ਹਦਾ ਹੈ, ਜਿਹੋ ਜਿਹੀ ਉਹਦੀ ਪੜ੍ਹਾਈ ਹੈ, ਜਿਹੋ ਜਿਹੇ ਸਮਾਜ ਦੇ ਵਿੱਚ ਵਿਚਰਦਾ ਹੈ, ਜਿਸ ਤਰੀਕੇ ਨਾਲ ਸਮਾਜ ਉਹਦੇ ਨਾਲ ਵਿਵਹਾਰ ਕਰਦਾ ਹੈ, ਔਰ ਜਿਹੋ ਜਿਹੇ ਗਰੁੱਪ 'ਚ ਰਲਦਾ ਹੈ, ਜਿਹੜਾ ਪੀਅਰ ਗਰੁੱਪ ਹੁੰਦਾ ਹੈ ਅਤੇ ਉਹ ਪੀਅਰ ਗਰੁੱਪ ਦੀ ਅਪਰੋਚ ਕੀ ਹੈ, ਕਿਸ ਲੈਵਲ 'ਤੇ ਚੱਲਦਾ, ਉਹ ਸਾਰੀਆਂ ਚੀਜ਼ਾਂ ਮਿਲਾ ਕੇ ਕੋਈ ਬੰਦਾ ਕਿਸੇ ਪਾਸੇ ਨੂੰ ਤੁਰਦਾ ਹੈ, ਉਹਦਾ ਰੁਝਾਨ ਕਿਸੇ ਪਾਸੇ ਨੂੰ ਤੁਰਦਾ ਹੈ। ਔਰ ਜਿਹੜੇ ਵੀ ਬੰਦੇ ਸਾਡੇ ਗੈਂਗਸਟਰ ਦੇ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਜਾਂ ਆਉਂਦੇ ਨੇ, ਉਹਨਾਂ 'ਚੋਂ ਬਹੁਤ ਦੀ ਜਿਹੜੀ ਜੀਵਨ ਬਿਉਰਾ ਹੈ, ਜਿਹੜਾ ਜਦੋਂ ਅਸੀਂ ਪੜ੍ਹਦੇ ਹਾਂ ਜਾਂ ਕੀ ਕਰਦੇ ਨੇ, ਉਹਨਾਂ 'ਚੋਂ ਮੈਜੋਰਟੀ ਇਹੋ ਜਿਹੇ ਨੇ ਜਿਹੜੇ ਕਿਸੇ ਨਾ ਕਿਸੇ ਜ਼ਮਾਨੇ 'ਚ ਸਕੂਲ ਔਰ ਕਾਲਜ ਵੇਲੇ, ਯੂਨੀਵਰਸਿਟੀਆਂ ਵੇਲੇ ਜਾਂ ਕਿਤੇ ਹੋਰ ਖੇਡਾਂ ਦੇ ਵਿੱਚ ਪਲੇਅਰ ਰਹੇ ਨੇ, ਖਿਡਾਰੀ ਨੇ। ਔਰ ਖਿਡਾਰੀ ਹੋਣ ਦੇ ਨਾਤੇ ਹੁੰਦਾ ਕੀ ਹੈ, ਉਹਦੇ ਵਿੱਚ ਇੱਕ ਤਾਂ ਸਰੀਰ 'ਚ ਜਾਨ ਹੈ, ਊਰਜਾ ਹੈ, ਅਤੇ ਉਹ ਮਤਲਬ ਜਦੋਂ ਬੰਦਾ ਖੇਡਦਾ ਦੂਜੇ ਨਾਲ ਲੜਾਈ ਲੜਦਾ, ਖੇਡ ਵੀ ਕਿਹਾ ਜਾਂਦਾ ਕਿ ਇੱਕ ਲੈਵਲ ਦੀ ਜਿਹੜੀ ਲੜਾਈ ਦੇ ਰੂਪ ਨੂੰ ਹੀ ਸੱਭਿਅਕ ਰੂਪ ਦੇ ਵਿੱਚ ਆਪਾਂ ਦਰਸਾਉਂਦੇ ਹਾਂ, ਅਤੇ ਉਹਦੇ 'ਚੋਂ ਹੀ ਬੰਦਿਆਂ ਨੂੰ ਮਾਨ ਸਨਮਾਨ ਵੀ ਮਿਲਦਾ, ਸਾਰਾ ਕੁਝ ਮਿਲਦਾ। ਇਹਦਾ ਮਤਲਬ ਉਹਦੇ 'ਚ ਦਲੇਰੀ ਹੈ, ਉਹਦੇ 'ਚ ਦਿਮਾਗੀ ਤੌਰ 'ਤੇ ਵੀ ਉਹ ਸ਼ਾਰਪ ਹੈ, ਕਿਉਂਕਿ ਖੇਡ ਬਹੁਤ ਸ਼ਾਰਪ ਬਣਾਉਂਦੀ ਹੈ ਬੰਦੇ ਨੂੰ, ਟੀਮ ਵਰਕ ਵੀ ਉਹਨੂੰ ਆਉਂਦਾ ਦੂਜੇ ਦੇ ਮੁਕਾਬਲੇ, ਸਾਰੀਆਂ ਚੀਜ਼ਾਂ ਜ਼ਿਆਦਾ ਆਉਂਦੀਆਂ ਨੇ। ਅਤੇ ਜੇ ਉਹਨਾਂ ਦੀ ਬੈਕਗਰਾਊਂਡ ਪੜ੍ਹੋ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੂੰ ਇਹ ਮਹਿਸੂਸ ਹੁੰਦਾ ਸਮਾਜ ਦੇ ਵਿੱਚ ਆ ਕੇ, ਇੱਕ ਤਾਂ ਕਿ ਮੇਰੇ ਨਾਲ ਜਿਹੜਾ ਇਹ ਧੱਕਾ ਹੋਇਆ, ਮੈਂ ਇਹ ਧੱਕਾ ਬਰਦਾਸ਼ਤ ਨਹੀਂ ਕਰੂੰਗਾ। ਫਿਰ ਉਹ ਧੱਕੇ ਦੇ ਖਿਲਾਫ ਕਿੱਥੇ ਜਾਂਦਾ? ਪਹਿਲਾਂ ਉਹ ਸਮਾਜ ਕੋਲ ਜਾਂਦਾ, ਸਰਕਾਰ ਕੋਲ ਜਾਂਦਾ, ਕਿਸੇ ਢਾਂਚੇ ਕੋਲ ਜਾਂਦਾ ਕਿ ਮੇਰੇ ਨਾਲ ਆ ਧੱਕਾ ਹੁੰਦਾ। ਜਦ ਉੱਥੋਂ ਵੀ ਇਨਸਾਫ ਨਹੀਂ ਮਿਲਦਾ, ਫਿਰ ਉਹ ਬਹੁਤ ਸਾਰੇ ਇਨਸਾਫ ਦੇ ਤਰੀਕਿਆਂ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰਦਾ। ਉਸ ਤੋਂ ਬਾਅਦ ਬੜੀ ਵਾਰ ਇਹ ਚੀਜ਼ਾਂ ਸਾਡੇ ਵਾਪਰ ਜਾਂਦੀਆਂ ਨੇ। ਜਾਂ ਫਿਰ ਇਹ ਹੈ ਕਿ ਕੋਈ ਤੁਹਾਡੇ ਕੋਲ ਇੱਕ ਸਿਸਟਮ ਹੈ, ਤੁਹਾਨੂੰ ਪਤਾ ਲੱਗ ਗਿਆ ਕਿ ਆਹ ਮੁੰਡਿਆਂ ਦਾ ਗਰੁੱਪ ਹੈ, ਪਾਵਰਫੁਲ ਗਰੁੱਪ ਹੈ, ਇਕੱਠੇ ਖੇਡਦੇ ਨੇ, ਵੱਡੀ ਟੀਮ ਹੈ। ਕੋਈ ਨਾ ਕੋਈ ਸਿਆਸਤਦਾਨ ਆਉਂਦਾ ਜਿਹੜਾ ਕਹਿੰਦਾ ਆਪਾਂ ਇਹਨਾਂ ਬੱਚਿਆਂ ਨੂੰ ਵਰਤਦੇ ਹਾਂ ਕਿਸੇ ਤਰੀਕੇ ਨਾਲ, ਅਤੇ ਉਹ ਵਰਤਣ ਦੇ ਲਈ ਕੀ ਹੈ, ਕਦੇ ਵੋਟਾਂ ਪਵਾਉਣੀਆਂ ਹੁੰਦੀਆਂ ਨੇ, ਕਿਸੇ ਨੂੰ ਡਰਾਉਣਾ ਹੁੰਦਾ, ਕਿਸੇ ਦੇ ਕਬਜ਼ੇ 'ਤੇ ਭੇਜਣਾ ਹੁੰਦਾ ਕਈ ਵਾਰ, ਵੀ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਆ, ਤੁਸੀਂ ਜਾਓ ਅਤੇ ਆਹ ਫਲਾਣੇ ਨੂੰ ਡਰਾ ਕੇ ਆਓ। ਫਿਰ ਉਹਨੂੰ ਉਹ ਨਸ਼ੇ ਵੱਲ ਵੀ ਲਿਜਾਂਦਾ, ਉਹਦੇ ਨੂੰ ਕਦੇ ਸ਼ਰਾਬ ਪਿਲਾਤੀ, ਕਦੇ ਕੁਛ ਕਰਤਾ, ਕਦੇ ਕੁਛ ਕਰਤਾ। ਅਤੇ ਉਦੋਂ ਬਾਅਦ ਜਦੋਂ ਇੱਕ ਅੱਧਾ ਵਾਰ ਉਹ ਫਸ ਜਾਂਦੇ ਨੇ ਉਸ ਮਾਮਲੇ ਦੇ ਵਿੱਚ, ਫਿਰ ਇੱਕ ਸਾਈਕਲ 'ਚ ਫਸ ਕੇ ਉਹ ਜਿਹੜਾ ਬੰਦਾ ਪਿੱਛੇ ਹੁੰਦਾ ਉਹ ਵੀ ਹੱਥ ਪਿੱਛੇ ਖਿੱਚ ਲੈਂਦਾ, ਅਤੇ ਉਹ ਬੰਦੇ ਫਿਰ ਜੇਲ੍ਹਦਾਰ। ਤਾਂ ਫਿਰ ਕੀ ਕਰਨਗੇ? ਇਹ ਕਰਨਗੇ ਜਾਂ ਰੋਣ ਧੋਣ ਕਰਨਗੇ, ਜਾਂ ਫਿਰ ਦਬੰਗੀ ਨਾਲ ਜ਼ਿੰਦਗੀ ਜਿਉਣ ਦਾ ਰਸਤਾ ਅਪਣਾਉਣਗੇ ਵੀ ਚੱਲ ਜਿੰਨੇ ਦਿਨ ਹਾਂ ਉਹਨਾਂ ਦਿਨ ਤਾਂ ਚਲਾਓ ਜੋ ਵੀ ਚੱਲਦੀ ਹੈ। ਇਹੀ ਮਤਲਬ ਉਹ ਜਿਹੜੇ ਤਰੀਕੇ ਨੇ ਗੈਂਗਸਟਰ ਬਣਾਉਣ ਦੇ, ਅਤੇ ਕਿਵੇਂ ਉਹ ਮੁੰਡੇ ਜਿਹੜੇ ਨੇ ਗੈਂਗਸਟਰ ਬਣ ਰਹੇ ਨੇ, ਉਹਦੇ ਪਿੱਛੇ ਰੀਜਨ ਕੀ ਨੇ, ਕਾਰਨ ਕੀ ਨੇ, ਕੀ ਕੇਸ ਸਟੱਡੀ ਕਰਕੇ ਟੋਟਲ ਉਹ ਕਿਹੜੀ ਬੈਕਗਰਾਊਂਡ 'ਚੋਂ ਆ ਰਹੇ ਨੇ, ਕਿਸ ਪਿਛੋਕੜ 'ਚੋਂ ਨੇ, ਕਿੰਨੇ ਪੜ੍ਹਿਆ ਲਿਖਿਆ ਪਰਿਵਾਰਾਂ 'ਚੋਂ ਨੇ, ਕਿੰਨੇ ਅਨਪੜ੍ਹ ਨੇ, ਕੀ ਵਿੱਤੀ ਹਾਲਤ ਹੈ ਉਹਨਾਂ ਪਰਿਵਾਰਾਂ ਦੀ, ਕਿਹੜਿਆਂ ਦੇ ਵਿੱਚੋਂ ਆ ਰਹੇ ਨੇ, ਕਿੰਨੀ ਕੁ ਐਜੂਕੇਸ਼ਨ ਦਾ ਲੈਵਲ ਹੈ, ਉਹ ਕਿੱਥੋਂ ਬੰਦਿਆਂ ਨੂੰ ਪ੍ਰਭਾਵਿਤ ਕਰਕੇ ਉੱਧਰ ਤੋਰਿਆ ਜਾ ਰਿਹਾ ਹੈ। ਅਤੇ ਸਾਡੇ ਟੂਰਨਾਮੈਂਟਾਂ ਦੇ ਵਿੱਚ ਜਿਹੋ ਜਿਹੇ ਵੀ ਸਾਡੇ ਟੂਰਨਾਮੈਂਟ ਹੁੰਦੇ ਨੇ, ਉਹ ਵੀ ਨਸ਼ੇ 'ਤੇ ਕਿਉਂ ਲੱਗ ਗਏ ਨੇ? ਉਹ ਟੂਰਨਾਮੈਂਟ ਦੇ ਪ੍ਰਮੋਟਰ ਕੌਣ ਨੇ? ਉਹ ਪ੍ਰਮੋਟਰ ਉਹਨੂੰ ਕੀ ਬਿਜ਼ਨਸ ਸਮਝਦੇ ਨੇ ਜਾਂ ਉਹਨੂੰ ਬੰਦਿਆਂ ਦੀ ਤੰਦਰੁਸਤੀ ਲਈ ਸਮਝਦੇ ਨੇ? ਉਹ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਨੂੰ ਬਚੇ ਬਿਨਾਂ ਤੁਸੀਂ ਇੱਥੇ ਨਤੀਜੇ 'ਤੇ ਨਹੀਂ ਪਹੁੰਚ ਸਕਦੇ। ਮੈਨੂੰ ਤਾਂ ਇਹ ਪਤਾ ਲੱਗਦਾ ਵੀ ਉਹ ਹਥਿਆਰ ਚੱਕ ਕੇ ਆ ਗਿਆ। ਹਥਿਆਰ ਚੱਕ ਕੇ ਆਉਣ ਤੱਕ ਦੀ ਜਿਹੜੀ ਪ੍ਰਕਿਰਿਆ ਹੈ, ਉਹ ਪ੍ਰਕਿਰਿਆ ਨੂੰ ਸਮਝੇ ਬਿਨਾਂ, ਉਸ ਪ੍ਰਕਿਰਿਆ ਨੂੰ ਠੀਕ ਕੀਤੇ ਬਿਨਾਂ, ਉਹਦਾ ਰਸਤਾ ਸਾਫ਼ ਕੀਤੇ ਬਿਨਾਂ ਗੈਂਗਸਟਰ ਜੇ ਬਣਨ ਤੋਂ ਨਹੀਂ ਰੋਕੋਗੇ ਤਾਂ ਇਕੱਲੇ ਮਾਰ ਕੇ ਨਹੀਂ ਹੋਰ ਪੈਦਾ ਹੋਣਗੇ, ਫਿਰ ਮਾਰੀ ਜਾਓ। ਹੁਣ ਪਹਿਲਾਂ ਕਿੰਨੇ ਕਤਲ ਹੋ ਵੀ ਗਏ ਨੇ ਗੈਂਗਸਟਰਾਂ ਦੇ। ਔਰ ਜੇ ਤੁਸੀਂ ਕਹਿ ਰਹੇ ਸੀ ਵੱਡੀ ਤੋਂ ਵੱਡੀ ਜੇਕਰ ਐਗਜ਼ਾਮਪਲ ਲੈਣੀ ਹੋਵੇ ਤੁਰੰਤ ਆਪਾਂ,
ਔਰ ਜਦੋਂ ਹਾਲਾਤ ਉਹੋ ਜਿਹੇ ਹੁੰਦੇ ਨੇ ਫਿਰ ਪੁੰਗਰੇ ਆਉਂਦੇ ਨੇ। ਜੰਮੂ ਕਸ਼ਮੀਰ ਨੂੰ 2.5 ਸਾਲ ਹੋ ਗਏ ਜੂਨੀਅਰ ਟੈਰੀਟਰੀ 'ਚ ਬਦਲੇ ਨੂੰ, ਇਹੀ ਸੀ ਬਿਲਕੁਲ ਸ਼ਾਂਤੀ ਹੋਏਗੀ, ਕੁਝ ਨਹੀਂ ਹੋਏਗਾ ਹੁਣ, ਪਰ ਅਜੇ ਵੀ ਬੰਦੇ ਉੱਥੇ ਕਤਲ ਹੋ ਰਹੇ ਨੇ। ਕੱਲ੍ਹ 2 ਬਿਹਾਰੀ ਤੇ ਕਸ਼ਮੀਰੀ ਪੰਡਤ ਮਰ ਗਏ ਤੇ ਬਾਕੀ ਫੇਰ ਮਰ ਗਏ। ਤੁਸੀਂ ਐਡੀ ਵੱਡੀ ਮਿਲਟਰੀ, ਐਡਾ ਵੱਡਾ ਸਿਸਟਮ ਸਾਰਾ ਜੰਮੂ ਕਸ਼ਮੀਰ ਤੋੜ ਕੇ ਜੇ ਨਹੀਂ ਹਟਾ ਰਹੇ ਤਾਂ ਕੋਈ ਬਦਲ ਕੇ ਵੀ ਦੇਖ ਲਓ ਚੀਜ਼ਾਂ। ਕੋਈ ਇੱਕ ਪਾਦੇ ਨੇ ਦੱਸਿਆ ਕਿਸੇ ਨੇ ਕਿ ਉੱਧਰ ਹੀ ਜਾਣਾ ਹੈ ਤੇ ਇਦੋਂ ਬਿਨਾਂ ਕੋਈ ਚਾਰਾ ਨਹੀਂ ਹੈ ਜੀ। ਇਸੇ ਕਰਕੇ ਇਹ ਹੈ ਕਿ ਮੈਨੂੰ ਇਹ ਲੱਗਦਾ ਹੁੰਦਾ ਬੜੀ ਵਾਰ ਕਿ ਜਿਹੜੇ ਬੰਦੇ ਗੈਂਗਸਟਰ, ਡਾਕੂ, ਪੁਰਾਣੇ ਜ਼ਮਾਨੇ 'ਚ ਡਾਕੂ ਬਣਦੇ ਸੀ ਕਈ ਬੰਦੇ, ਜਿਹਨੂੰ ਅਸੀਂ ਕਹਿੰਦੇ ਜੌਣਾ ਮੌੜਾ ਇਹ ਫਲਾਨਾ ਧਮਕਾ, ਉਹ ਡਾਕੂ ਵੀ ਐਕਚੁਅਲੀ ਸਿਸਟਮ ਦੇ ਬਾਗੀ ਹੁੰਦੇ ਸੀ, ਕਿਉਂਕਿ ਬਾਕੀ ਨੂੰ ਨਹੀਂ ਕਰ ਦਿੰਦੇ। ਫਿਰ ਉਹਨਾਂ 'ਚੋਂ ਕਈ ਚੰਗੇ ਡਾਕੂ ਵੀ ਇਹੋ ਜਿਹੇ ਆ ਜਾਂਦੇ ਜਿਨ੍ਹਾਂ ਦਾ ਸਮਾਜ ਸਨਮਾਨ ਕਰਦਾ ਸੀ। ਸਮਾਜ ਕਿਉਂ ਸਨਮਾਨ ਕਰਦਾ ਸੀ ਉਹਨਾਂ ਦਾ? ਉਹ ਤਾਂ ਕਰਦਾ ਸੀ ਵੀ ਕਿ ਉਹ ਅਮੀਰਾਂ ਨੂੰ ਲੁੱਟ ਲੈਂਦੇ, ਗਰੀਬ ਕਿਸੇ ਦੀ ਕੁੜੀ ਦੇ ਵਿਆਹ 'ਚ ਕੁਛ ਦੇ ਆਉਂਦੇ ਸੀ, ਕਿਸੇ ਗਰੀਬ ਬੰਦੇ ਨੂੰ ਹੋਰ ਕੋਈ ਕੰਮ ਹੈ ਤਾਂ ਉਹਨੂੰ ਦੇ ਆਉਂਦੇ ਸੀ, ਜਿਹਨੂੰ ਰੋਬਨ ਹੁੱਡ ਕਨਸੈਪਟ ਦੇ ਤੌਰ 'ਤੇ। ਸਾਨੂੰ ਅੰਗਰੇਜ਼ੀ ਦੇ ਸ਼ਬਦ ਤਾਂ ਜ਼ਿਆਦਾ ਮਤਲਬ ਪ੍ਰਭਾਵਿਤ ਕਰਦੇ ਨੇ। ਨੋਰਮਲੀ ਸਾਡੇ ਏਰੀਏ 'ਚ ਵੀ ਜਿਹੜੇ ਇਹੋ ਜਿਹੇ ਨੇ ਸਾਰਿਆਂ ਦੇ ਕਿੱਸੇ ਮਤਲਬ ਇਹੋ ਜਿਹੇ ਨੇ ਜਿਹੜੇ ਉਹ ਚੱਲਦੇ ਸੀ। ਤਾਂ ਅੱਜ ਦੇ ਦੌਰ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਇਸ ਲੈਵਲ 'ਤੇ ਵਾਪਰ ਰਹੀਆਂ ਨੇ ਉਹ ਸਾਰੀਆਂ ਚੀਜ਼ਾਂ ਇਹਨੇ ਆ ਮੁੰਡੇ 'ਤੇ ਕਿਤੇ 2 ਫਿਲਮਾਂ ਪੰਜਾਬੀ ਬਣੀਆਂ ਨੇ ਤੇ ਗਾਂਧੀ ਜਿਹੜਾ ਇੱਕ ਲੀਡਰ ਬਣਿਆ ਸੀ ਰੁਪਿੰਦਰ ਗਾਂਧੀ, ਉਹ ਵੀ ਕੀ ਕਰਦੇ ਸੀ, ਇੱਕ ਗਰੁੱਪ ਸੀਗੇ ਤੇ ਉਹ ਚੈਲੰਜ ਕਰਦਾ ਸੀ ਉਹਨਾਂ ਨੂੰ, ਜਾ ਕੇ ਟੱਕਰ ਦਿੰਦਾ ਸੀ ਜਿਹੜੇ ਮਾੜੇ ਮੂੜੇ ਸੀ। ਲੋਕਾਂ 'ਚ ਉਹਦਾ ਕਾਫੀ ਜ਼ਿਆਦਾ ਕਰੇਜ਼ ਸੀਗਾ ਵੀ ਇਹ ਠੀਕ ਬੰਦਾ ਜੀ। ਕਿਸੇ ਦੀ ਕੁੜੀ ਛੱਡੀ ਬੈਠੀ ਆ ਉਹਨੂੰ ਜਾ ਕੇ ਧਮਕੀ ਦੇਤੀ ਵੀ ਚੁੱਪ ਕਰਕੇ। ਲੋਕਾਂ ਨੂੰ ਇੰਸਟੈਂਟ ਨਿਆਂ ਮਿਲਦਾ, ਬਿਲਕੁਲ ਤੁਰੰਤ ਇਨਸਾਫ ਮਿਲਦਾ। ਇਨਸਾਫ ਜਿਹੜਾ ਤੁਹਾਡਾ ਢਾਂਚਾ ਨਹੀਂ ਦੇ ਰਿਹਾ, ਤੁਸੀਂ ਆਪਣੇ ਢਾਂਚੇ ਨੂੰ ਇਨਸਾਫ ਪਸੰਦ ਬਣਾਓ ਜਿੰਨਾ ਜ਼ਿਆਦਾ ਹੋ ਸਕਦਾ। ਜਿਹੜਾ ਧੱਕਾ ਧੋੜਾ ਉਹਨਾਂ ਨੌਜਵਾਨਾਂ ਦੇ ਨਾਲ ਹੋਇਆ ਉਹਨੂੰ ਵੀ ਪਹਿਲਾਂ ਦੇਖੋ, ਉਹਨਾਂ ਨੂੰ ਇੱਕ ਮੌਕਾ ਦਿਓ। ਇਹ ਤੋਂ ਬਾਅਦ ਕਿ ਆਹ ਧੱਕੇ ਤੁਹਾਡੇ ਨਾਲ ਹੋਏ ਨੇ, ਸਾਨੂੰ ਪਤਾ ਹੈ, ਅਸੀਂ ਅਹਿਸਾਸ ਕਰ ਲਿਆ, ਇਹ ਧੱਕੇ ਦੂਰ ਕਰਾਂਗੇ। ਜਿੰਨੇ ਜ਼ਿਆਦਾ ਉਹਦੇ 'ਚੋਂ ਆ ਸਕਦੇ ਨੇ ਤਾਂ ਉਹ ਇੱਧਰ ਆਓ, ਤੁਹਾਡੇ ਮੁੜ ਵਸੇਬੇ ਦਾ ਵੀ ਬੰਦੋਬਸਤ ਕਰਾਂਗੇ, ਇੱਕ ਯੋਗ ਸਨਮਾਨਜਨਕ ਜੀਵਨ ਦਾ ਪ੍ਰਬੰਧ ਕਰਾਂਗੇ ਤੇ ਉਦੋਂ ਬਾਅਦ ਬਾਕੀ ਦਾ ਦੇਖੀ ਜਾਓ। ਜਿਹੜਾ ਫਿਰ ਵੀ ਰਹਿ ਜਾਣਗੇ ਉਹਦੇ ਬਜਾਏ ਤਾਂ ਉਹਦੇ ਖਿਲਾਫ ਕਾਰਵਾਈ ਕਰ ਲਓ। ਜਿਹੜਾ ਕੋਈ ਇੱਕਾ ਦੁੱਕਾ ਫਿਰ ਵੀ ਕਹਿੰਦਾ ਮਨਮਾਨੀ ਮੇਰਾ ਤਾਂ ਇਹੀ ਤਰੀਕਾ ਜੀ, ਮੈਂ ਤਾਂ ਇਹ ਨਹੀਂ, ਉਹ ਇੱਕ ਅਲੱਗ ਗੱਲ ਹੁੰਦੀ ਹੈ। ਪਰ ਤੁਸੀਂ ਮਤਲਬ ਅੱਖਾਂ ਮੀਚ ਕੇ ਕੇਵਲ ਆਪਣੇ ਢਾਂਚੇ ਨੂੰ ਸਹੀ ਠਹਿਰਾ ਕੇ ਪੁਲਿਸ ਦੀਆਂ ਕਾਰਵਾਈਆਂ ਨੂੰ, ਤੁਹਾਡੀ ਨਿਆਂ ਪ੍ਰਣਾਲੀ ਨੂੰ, ਤੁਹਾਡੇ ਹੋ ਰਹੇ ਧੱਕਿਆਂ ਨੂੰ ਤਾਂ ਵਾਜਬ ਠਹਿਰਾ ਕੇ ਅੱਖਾਂ ਮੀਚ ਕੇ ਇੱਕ ਫੈਸਲਾ ਬਾਰ-ਬਾਰ ਕਰ ਰਹੇ ਹੋ ਜੀ। ਉਹ ਵੀ ਖੋਲੋ ਨੇਤਰ ਜਿਹੜਾ ਪਿੱਛੇ ਹੈ, ਜਿਹੜਾ ਬੰਦ ਕੀਤਾ ਹੋਇਆ। ਬਾਰ-ਬਾਰ ਫੈਸਲੇ ਮਾਰਨ ਦੇ ਰਾਹੀਂ ਨਹੀਂ ਚੱਲਦੇ। ਅੱਧਿਆਂ ਨੂੰ ਤੁਸੀਂ ਕਿਸੇ ਰਸਤੇ ਮਾਰ ਦੋਗੇ, ਅੱਧਿਆਂ ਨੂੰ ਕਿਸੇ ਰਸਤੇ ਮਾਰ ਦੋਗੇ। ਮਾਰਨ ਦੇ ਨਾਲ ਚੀਜ਼ਾਂ ਖਤਮ ਨਹੀਂ ਹੋਣਗੀਆਂ, ਬਲਕਿ ਇਹੀ ਮੈਨੂੰ ਤਾਂ ਇਹ ਲੱਗਦਾ ਕਿ ਸਭ ਤੋਂ ਦਲੇਰ ਫੈਕਟਰ ਪਹਿਲੂ ਵਾਲੇ ਬੰਦੇ ਨੇ। ਟੀਮ ਵਰਕ ਉਹਨਾਂ ਕੋਲ ਨੂੰ ਆਉਂਦਾ, ਇਕੱਠੇ ਹੋ ਕੇ ਇੰਨੇ ਸੰਕਟ ਦੇ ਹਾਲਾਤ 'ਚ ਵੀ ਟੀਮ ਲੀਡ ਕਰ ਸਕਦੇ ਨੇ, ਕੈਪਟਨ ਨੇ। ਜੇ ਉਹਨਾਂ ਨੂੰ ਉਸਾਰੂ ਪਾਸੇ ਲਾ ਲਓਗੇ ਲਿਆ ਕੇ ਤਾਂ ਸ਼ਾਇਦ ਉਹ ਸਮਾਜ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ, ਬਹੁਤ ਵੱਡੀ ਦੇਣ ਦੇ ਸਕਦੇ ਨੇ। ਇਸ ਕਰਕੇ ਥੋੜ੍ਹਾ ਜਿਹਾ ਇੱਕ ਨਜ਼ਰੀਆ ਬਦਲਣ ਦੀ ਵੀ ਲੋੜ ਹੈ ਕਿ ਕੇਵਲ ਇਸੇ ਤਰੀਕੇ ਦੇ ਨਾਲ ਨਹੀਂ ਵੀ ਜਿਵੇਂ ਪਹਿਲਾਂ ਚੱਲਦਾ ਉਵੇਂ ਚਲਾਉਣਾ। ਫਿਰ ਬਦਲਾਅ ਕਾਹਦਾ ਹੋਊਗਾ ਜੇ ਪਾਲਿਸੀ 'ਚ ਬਦਲਾਅ ਨਹੀਂ, ਸੋਚ 'ਚ ਬਦਲਾਅ ਨਹੀਂ, ਕਿਸੇ ਹੋਰ ਤੌਰ ਤਰੀਕੇ 'ਚ ਬਦਲਾਅ ਨਹੀਂ, ਉਹੀ ਤਰੀਕੇ ਨੇ ਸਾਰੇ ਦੇ ਸਾਰੇ, ਫਿਰ ਕਿਵੇਂ ਬਦਲਾਅ ਆਊਗਾ? ਫਿਰ ਕਿਵੇਂ ਚੀਜ਼ਾਂ ਠੀਕ ਹੋਣਗੀਆਂ? ਚੀਜ਼ਾਂ ਠੀਕ ਕਰਨ ਦੇ ਲਈ ਪੁਰਾਣੀਆਂ ਗਲਤੀਆਂ, ਪੁਰਾਣੇ ਤਰੀਕੇ, ਪੁਰਾਣੀ ਸੋਚ ਬਦਲਣੀ ਪੈਂਦੀ ਹੈ ਜੀ। ਹਮੀਰ ਜੀ, ਪੰਜਾਬ ਦੀ ਜਵਾਨੀ ਦੀ ਗੱਲ ਕਰ ਰਹੇ ਹਾਂ ਤਾਂ ਜਵਾਨੀ ਸਿਰਫ ਗੈਂਗਵਾਰ ਦੇ ਵਿੱਚ ਜਾਂ ਗੈਂਗਸਟਰ ਬਣਨ ਤੱਕ ਹੀ ਨਹੀਂ, ਸਾਡੇ ਕਈ ਨੌਜਵਾਨ ਨਸ਼ਿਆਂ ਦੀ ਚਪੇਟ ਦੇ ਵਿੱਚ ਵੀ ਫਸਦੇ ਜਾ ਰਹੇ ਨੇ। ਉੱਥੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਹੁੰਦੇ ਨੇ ਉਹ ਵਿਦੇਸ਼ਾਂ ਵੱਲ ਤੁਰ ਜਾਂਦੇ ਨੇ। ਇਸ ਨੂੰ ਕਿਵੇਂ ਦੇਖੋਗੇ? ਉਹੀ ਕੁਐਸਚਨ ਹੈ ਸਾਡੇ ਸਾਰੇ ਨਾ, ਇੱਕ ਯੂਥ ਦੀ ਓਵਰਆਲ ਪਾਲਿਸੀ ਦਾ ਸਵਾਲ ਹੈ। ਨੌਜਵਾਨ ਸਾਡਾ ਜਿਹੜਾ ਬਚਪਨ 'ਚੋਂ ਨਿਕਲਦਾ ਹੈ, ਵੈਸੇ ਤਾਂ ਬਚਪਨ ਤੋਂ ਪਾਲਿਸੀ ਚੱਲਦੀ ਯੂਥ ਦੀ ਪਾਲਿਸੀ ਹੈ। ਪਹਿਲੀ ਗੱਲ ਤਾਂ ਮੈਨੂੰ ਲੱਗਦਾ ਸਾਨੂੰ ਇਹੀ ਨਜ਼ਰ ਨਹੀਂ ਹਜੇ ਤੱਕ ਆਇਆ ਕਿ ਨੌਜਵਾਨ ਅਸੀਂ ਕਿਹਨੂੰ ਸਮਝਦੇ ਹਾਂ। ਅਸੀਂ 60 ਸਾਲ ਦਾ ਬੰਦਾ ਕਿਸੇ ਪੋਲੀਟੀਕਲ ਪਾਰਟੀ ਦਾ ਹੈੱਡ ਆ, ਉਹਨੂੰ ਉਹ ਵੀ ਨੌਜਵਾਨ ਫਲਾਨਾ ਆ ਰਿਹਾ, ਤੁਹਾਡੇ ਨੌਜਵਾਨ ਦੇ ਦਿਲਾਂ ਦੀ ਧੜਕਣ ਹੈ। UNO ਦਾ ਜਿਹੜਾ ਕ੍ਰਾਈਟੇਰੀਆ ਨੌਜਵਾਨ ਦਾ ਉਹ 16 ਤੋਂ 24 ਸਾਲ ਹੈ। ਇਹ ਇੱਕ ਏਜ ਗਰੁੱਪ ਹੈ ਜਿਹਨੂੰ ਤੁਸੀਂ ਪੜ੍ਹਦੇ ਹੋ ਅਤੇ ਉਸ ਤਰੀਕੇ ਦੇ ਨਾਲ ਉਹਦੀ ਇੱਕ ਸੋਚ ਬਿਲਡ ਕਰਦੇ ਹੋ ਅਤੇ ਉਸ ਪਾਸੇ ਵੱਲ ਜਿਹੜੇ ਲੈ ਕੇ ਜਾਂਦੇ ਹੋ। ਉਹ ਜਿਹੜੇ ਇੱਕ ਪੀਰੀਅਡ ਹੁੰਦਾ 16 ਤੋਂ 24 ਸਾਲ ਦਾ, ਉਦੋਂ ਸਮਾਜ ਨੇ ਉਹਨਾਂ ਨੂੰ ਘੜਨਾ ਕਿਵੇਂ ਹੈ? ਉਦੋਂ ਸਕੂਲ ਔਰ ਕਾਲਜ ਔਰ ਯੂਨੀਵਰਸਿਟੀਆਂ ਤੁਹਾਡੇ ਕੋਲ ਕਿਹੋ ਜਿਹੀਆਂ ਨੇ ਜਿਹੜੀਆਂ ਬੰਦੇ ਦੀ ਮਾਈਂਡ ਘੜਦੀਆਂ ਨੇ ਅਤੇ ਉਹਦੀ ਦਿਸ਼ਾ ਤੈਅ ਕਰਦੀਆਂ ਨੇ ਅਤੇ ਡਾਇਰੈਕਸ਼ਨ ਤੈਅ ਕਰਦੀਆਂ ਨੇ ਕਿ ਕਿਸ ਪਾਸੇ ਵੱਲ ਤੁਸੀਂ ਜਾਣਾ ਹੈ। ਉਹ ਸਾਰੀਆਂ ਗੱਲਾਂ ਦੇ ਵਿੱਚ ਚੌਤਰਫਾ ਸਮੱਸਿਆ ਹੈ, ਸੰਕਟਗ੍ਰਸਤ ਹੈ। ਪੰਜਾਬ ਚਾਰੇ ਪਾਸੇ ਸੰਕਟ 'ਚ ਹੈ। ਉਹ ਸੰਕਟ ਫਿਰ ਇਹ ਕਰਦਾ ਕਿ ਉਹਦਾ ਇੱਕ ਬ੍ਰਾਂਚ ਗੈਂਗਸਟਰ ਵੱਲ ਜਾਂਦੀ ਹੈ ਬੇਇਨਸਾਫੀ ਦੀ, ਦੂਜਾ ਬੰਦਾ ਜਿਹੜਾ ਉੱਡਾ ਕਨੀ ਲੜਨ ਜੋਗਾ ਮਾਦਾ ਨਹੀਂ ਰੱਖਦਾ ਜਾਂ ਇਕੱਠੇ ਨਹੀਂ ਰਹਿੰਦੇ ਉਹ ਸੁਈਸਾਈਡ ਵੱਲ ਚਲਾ ਜਾਂਦਾ ਹੈ, ਜਾਂ ਸਲੋ ਪੁਆਇਜ਼ਨਿੰਗ ਹੈ। ਨਸ਼ਾ ਕੀ ਹੈ? ਸਲੋ ਪੁਆਇਜ਼ਨਿੰਗ ਹੈ। ਅਤੇ ਜੇ ਉਹਦੀ ਜ਼ਿੰਦਗੀ ਜਿਉਣ ਦੀ ਕੋਈ ਉਹਦੀ ਚਾਹਤ ਨਹੀਂ ਬਚਦੀ, ਜੇ ਉਮੀਦ ਨਹੀਂ ਬਚਦੀ, ਜੇ ਉਹਨੂੰ ਕੋਈ
ਮਤਲਬ ਜ਼ਿੰਦਗੀ ਦੇ ਵਿੱਚ ਕੋਈ ਹਰਸੋ ਹੁਲਾਸ ਦਿਖਦਾ ਹੀ ਨਹੀਂ ਹੈ ਕਿ ਮੈਂ ਜ਼ਿੰਦਗੀ ਚੰਗੀ ਜਿਊਂਗਾ, ਤਾਂ ਉਹ ਫਿਰ ਨਿਰਾਸ਼ਤਾ ਦੇ ਆਲਮ 'ਚ ਚਲਾ ਜਾਂਦਾ। ਤਾਂ ਨਸ਼ੇ ਵਾਲਿਆਂ ਦੇ ਅੱਧਿਆਂ ਦਾ ਕਰਿੰਦਾ ਬਣ ਜਾਂਦਾ ਅੱਗੇ ਵੇਚ ਕੇ, ਅਤੇ ਅੱਧੇ ਆਪ ਮਰ ਜਾਂਦੇ ਨੇ, ਓਵਰਡੋਜ਼ ਦਾ ਟੀਕਾ ਲਾ ਕੇ ਮਰ ਜਾਂਦੇ ਨੇ। ਬਹੁਤ ਵੱਡਾ ਹਿੱਸਾ ਇਸ ਲੈਵਲ ਦੇ ਉੱਤੇ ਹੈ। ਜਿਹੜਾ ਉਹਦੇ 'ਚੋਂ ਵੀ ਬਚਿਆ, ਜਿਹਦੇ ਮਾਪਿਆਂ ਕੋਲ ਥੋੜ੍ਹੇ ਬਹੁਤ ਪੈਸੇ ਨੇ ਅਤੇ ਚਲੋ ਬਚ ਜੇ ਕਿਸੇ ਨਾ ਕਿਸੇ ਤਰੀਕੇ ਨਾਲ, ਉਹ ਮਾਪੇ ਕਹਿੰਦੇ ਨੇ ਵੀ ਇੱਥੇ ਕੁਝ ਨਹੀਂ ਜੀ, ਤੇਰਾ ਭਵਿੱਖ ਕੋਈ ਨਹੀਂ ਪੰਜਾਬ ਦੇ ਵਿੱਚ, ਜਿਵੇਂ ਮਰਜ਼ੀ ਕਰ, ਆਈਲੈਟਸ ਕਰ, ਆਈਲੈਟਸ ਕਰਕੇ ਚਲਾ ਜਾ। ਜਿਹਦੇ ਜਵਾਕ ਆਈਲੈਟਸ ਵੀ ਨਹੀਂ ਕਰ ਸਕਦੇ, ਉਹ ਮਾਪੇ ਜ਼ਮੀਨਾਂ ਵੇਚ ਕੇ ਵੀ ਤਿਆਰ ਨੇ। ਇਸੇ ਕਰਕੇ ਇਸ਼ਤਿਹਾਰ ਆਉਂਦੇ ਨੇ, ਕੁੜੀਆਂ ਨੂੰ ਕਹਿੰਦੇ ਨੇ ਕਿ ਤੁਸੀਂ ਆਈਲੈਟਸ ਜਿਹਨੇ ਕੀਤੀ ਹੋਈ ਹੈ, ਖਰਚਾ ਅਸੀਂ ਕਰ ਦਾਂਗੇ ਤੇਰਾ ਵੀ ਅਤੇ ਸਾਡਾ ਵੀ, ਸਾਡੇ ਮੁੰਡੇ ਨਾਲ ਵਿਆਹ ਕਰਕੇ ਚਲੇ ਜਾ। ਅਤੇ ਇਹ ਇੱਕ ਹੋਰ ਟਾਈਪ ਦੀ ਸੋਸ਼ਲ ਪ੍ਰੋਬਲਮ ਖੜੀ ਹੋ ਰਹੀ ਹੈ। ਹੁਣ ਉਹ ਵਿਆਹ ਨਹੀਂ ਹੈ, ਉਹ ਗੱਠ ਨਾਲ ਹੈ ਜੀ। ਉਹਨਾਂ ਦੀ ਕੋਈ ਮੱਤ ਮਿਲਦੀ ਹੈ ਕਿ ਨਹੀਂ ਮਿਲਦੀ, ਦੋਨਾਂ ਦੀ ਪੜ੍ਹਾਈ ਦਾ ਲੈਵਲ ਇੱਕੋ ਹੈ ਜਾਂ ਨਹੀਂ, ਦੋਨਾਂ ਦੀ ਬੈਕਗਰਾਊਂਡ ਇੱਕੋ ਹੈ ਜਾਂ ਨਹੀਂ। ਉਹ ਉੱਥੇ ਜਾ ਕੇ ਤੁਸੀਂ ਕਹਿਤਾ ਵੀ ਤੇਰੇ ਕੋਲ ਬੈਂਡ ਨੇ, ਮੇਰੇ ਕੋਲ ਪੈਸਾ, ਅਤੇ ਆਪਾਂ ਇੱਕ ਗੱਠ ਨਾਲ ਕਰ ਲਿਆ, ਚਲੋ। ਇਸੇ ਕਰਕੇ ਹੁਣ ਕੁੜੀਆਂ ਉੱਥੇ ਜਾ ਕੇ, ਜਿਵੇਂ ਪਹਿਲਾਂ ਤਾਂ ਜਿਹੜੇ ਬੰਦੇ ਮੈਰਿਜ ਕਰਕੇ ਜਾਂਦੇ ਸੀ ਵੱਡੇ, ਪਹਿਲਾਂ ਉੱਥੇ ਮੈਰਿਡ ਹੁੰਦੇ ਸੀਗੇ ਵੱਡੀ ਉਮਰ ਦੇ ਬੰਦੇ, ਉਹ ਸਾਡੀਆਂ ਕੁੜੀਆਂ ਇੱਥੇ ਛੱਡ ਜਾਂਦੇ ਸੀ, ਉਹ ਇੱਥੇ ਹੀ ਰੋਂਦੀਆਂ ਸੀ। ਅਤੇ ਹੁਣ ਉਹ ਕੁੜੀਆਂ ਵੀ ਉੱਥੇ ਜਾ ਕੇ ਫਿਰ ਕੀ ਕਰਨ, ਉਹ ਕਹਿਣ ਵੀ ਮੈਂ ਤਾਂ ਇਹਦੇ ਨਾਲ ਤਾਂ ਸਾਰੀ ਜ਼ਿੰਦਗੀ ਥੋੜ੍ਹੀ ਰਹਿਣਾ, ਮੈਂ ਇੱਥੇ ਆਉਂਦੀ ਸੀ, ਮੇਰੇ ਮਾਂ ਬਾਪ ਕੋਲ ਪੈਸੇ ਨਹੀਂ ਸੀ, ਉਹ ਕਈਆਂ ਨੂੰ ਬੁਲਾਉਂਦੀਆਂ ਹੀ ਨਹੀਂ ਫਿਰ ਇੱਥੋਂ, ਅਤੇ ਕਈ ਨੂੰ ਬੁਲਾ ਕੇ ਉੱਥੇ ਜਾ ਕੇ ਛੱਡ ਦਿੰਦੀਆਂ ਨੇ। ਇਹ ਨਵੇਂ ਪੰਗੇ ਵੀ, ਇਹ ਨਵੀਆਂ ਪ੍ਰੋਬਲਮ 'ਚ ਕ੍ਰੀਏਟ ਹੋ ਰਹੀਆਂ, ਨਵੀਆਂ ਸਮੱਸਿਆਵਾਂ ਜਿਹੜੀਆਂ ਸਮਾਜ ਦੇ ਸਾਹਮਣੇ ਆ ਰਹੀਆਂ ਨੇ, ਉਹਨਾਂ ਨੂੰ ਨਵੇਂ ਪੈਟਰਨ ਨਾਲ ਸੋਚਣਾ ਵੀ ਪਊਗਾ, ਨਵੇਂ ਤਰੀਕੇ ਦੇ ਨਾਲ ਸੋਚਣਾ ਪਏਗਾ। ਇਸੇ ਕਰਕੇ ਇੱਕ ਬਹੁਤ ਵਿਸ਼ਾਲ ਲੈਵਲ ਦੀ ਇੱਕ ਨੌਜਵਾਨ ਨੀਤੀ, ਯੂਥ ਪੋਲਿਸੀ ਦੀ ਲੋੜ ਹੈ। ਅਤੇ ਉਹ ਪੋਲਿਸੀ ਜਿਹੜੀ ਹਰ ਪਹਿਲੂ ਤੋਂ, ਜਿਹੜੀ ਸੱਭਿਆਚਾਰਕ ਪੋਲਿਸੀ ਵੀ ਉਹਦਾ ਹਿੱਸਾ ਹੋਵੇ, ਰੁਜ਼ਗਾਰ ਵੀ ਉਹਦਾ ਇੱਕ ਹਿੱਸਾ ਹੋਵੇ, ਪੜ੍ਹਾਈ, ਲੈਂਗੁਏਜ, ਭਾਸ਼ਾ, ਸਾਰੀਆਂ ਚੀਜ਼ਾਂ, ਵਿਰਸਾ, ਉਹ ਸਾਰੀਆਂ ਚੀਜ਼ਾਂ ਉਹਦੇ 'ਚ ਹੋਣ। ਅਤੇ ਸਪੋਰਟਸ, ਖੇਡਾਂ ਦਾ ਮਾਮਲਾ ਕਿੱਡਾ ਦਾਇਰਾ, ਕਿੰਨੇ ਬੰਦਿਆਂ ਨੂੰ ਤੁਸੀਂ ਉਸ ਪਾਸੇ ਵੱਲ ਪ੍ਰੇਰਿਤ ਕਰ ਸਕਦੇ ਹੋ, ਅਤੇ ਕਿਵੇਂ ਲੋਕ ਪਿੰਡਾਂ ਸ਼ਹਿਰਾਂ ਦੇ ਵਿੱਚ ਸਪੋਰਟਸ ਦੇ ਵੱਲ ਜਾਣ। ਉਹ ਸਾਰੀਆਂ ਚੀਜ਼ਾਂ ਨੂੰ ਜਿੰਨੀਆਂ ਵੀ ਪ੍ਰੇਰਿਤ ਕਰ ਸਕਦੀਆਂ ਨੇ ਪੋਜ਼ੀਟਿਵ, ਹਾਂ ਪੱਖੀ ਪਾਸੇ ਯੂਥ ਨੂੰ, ਉਹਦੀ ਪੋਲਿਸੀ, ਅਤੇ ਪੋਲਿਸੀ ਨਾਲ ਰਿਲੇਟਡ ਫਿਰ ਤੁਹਾਡਾ ਪੈਸਾ ਵੀ, ਤੁਹਾਡੀ ਮੋਟੀਵੇਸ਼ਨ, ਪ੍ਰੇਰਨਾ, ਉਹ ਸਾਰੀਆਂ ਚੀਜ਼ਾਂ ਦੀ ਲੋੜ ਪੈਣੀ ਹੈ। ਉਹਦੇ ਨਾਲ ਚੀਜ਼ਾਂ ਸ਼ਾਇਦ ਠੀਕ ਪਾਸੇ ਵੱਲ ਤੁਰਨ ਲੱਗਣਗੀਆਂ, ਕਦਮ ਉੱਧਰ ਨੂੰ ਜਿਉਂ-ਜਿਉਂ ਉੱਠਣਗੇ ਤਿਵੇਂ ਕੋਈ ਫਾਇਦਾ ਹੋ ਸਕਦਾ, ਨਹੀਂ ਤਾਂ ਨਹੀਂ ਫਾਇਦਾ ਹੋਣਾ ਟੁੱਟਵੇਂ ਰੂਪ 'ਚ। ਜੀ ਹਮੀਰ ਜੀ, ਨੌਜਵਾਨਾਂ ਨੂੰ ਸਹੀ ਪਾਸੇ ਲਿਆਉਣ ਲਈ ਇੱਕ ਵਧੀਆ ਨੀਤੀ ਤੇ ਪਾਲਿਸੀ ਦੀ ਲੋੜ ਤਾਂ ਹੈ ਹੀ ਹੈ, ਜਿਹਦਾ ਤੁਸੀਂ ਜ਼ਿਕਰ ਕਰਕੇ ਹਟੇ ਹੋ। ਸਰਕਾਰਾਂ ਨੂੰ ਹੋਰ ਕੀ ਬਦਲਾਅ ਕਰਨੇ ਚਾਹੀਦੇ ਨੇ? ਮੈਨੂੰ ਤਾਂ ਇਹ ਲੱਗਦਾ ਕਿ ਪਹਿਲਾਂ ਤਾਂ ਸਮੁੱਚਤਾ 'ਚ ਸੋਚਣ ਦੀ ਲੋੜ ਹੈ। ਜਿਹੜੀਆਂ ਪੀਸ ਮੀਲ 'ਚ ਸੋਚਣਾ ਹੈ ਨਾ, ਕਿ ਹੁਣ ਇੱਕ ਆਹ ਸਮੱਸਿਆ ਆ ਗਈ, ਇਹਨੂੰ ਆਪਾਂ ਦੇਖਦੇ ਹਾਂ, ਆਹ ਸਮੱਸਿਆ ਆ ਗਈ, ਇਹਨੂੰ ਆਪਾਂ ਦੇਖਦੇ ਹਾਂ, ਇਹਨੂੰ, ਇਹ ਹੈ ਪੈਚ ਵਰਕ। ਵੀ ਸੜਕ ਜਾਂਦੀ ਹੈ, ਸੜਕ ਦੇ ਵਿੱਚ ਟੋਏ ਪੈ ਗਏ, ਆਹ 2 ਟੋਏ ਭਰ ਦਿਓ ਜੀ, ਉਹ ਟੋਆ ਤਾਂ ਤੀਜੇ ਦਿਨ ਫਿਰ ਉਖੜ ਜਾਂਦਾ ਉੱਥੇ ਜਾ ਕੇ, ਜਦੋਂ ਗੱਡੀਆਂ ਭਾਰੀ ਚੱਲਦੀਆਂ ਨੇ ਜਾਂ ਕੋਈ ਪਾਣੀ ਆ ਜਾਂਦਾ। ਉਹਨੂੰ ਸਮੁੱਚੀ ਨੂੰ ਸਾਫ਼ ਕਿਵੇਂ ਕਰਨਾ ਹੈ, ਬਿਹਤਰ ਕਿਵੇਂ ਬਣਾਉਣਾ, ਤਾਂ ਪੂਰੀ ਉਹਦਾ ਪ੍ਰੋਜੈਕਟ ਬਣਾਉਣਾ ਪੈਂਦਾ ਕਿ ਹਾਂ ਇੰਨਾ ਇਹਦੇ 'ਚ ਲੁੱਕ ਬਣਾਉਣਾ, ਸੀਮੈਂਟ ਬਣਾਉਣਾ, ਕੀ ਬਣਾਉਣਾ, ਕੀ ਨਹੀਂ ਬਣਾਉਣਾ, ਉਹਦਾ ਸਵਾਲ ਹੈ। ਉਹਦੇ 'ਚ ਸਮੁੱਚਤਾ 'ਚ ਸੋਚਣ ਦਾ, ਇਹੀ ਨਸ਼ੇ ਦਾ ਪ੍ਰੋਬਲਮ ਹੈ ਸਾਡੀ। ਨਸ਼ੇ ਦੇ ਵਿੱਚ ਕੀ ਕੀਤਾ, ਅਸੀਂ ਨਸ਼ਾ ਸੋਚਿਆ ਅਤੇ ਉੱਥੇ STF ਬਣਾਤੀ। ਅਸੀਂ ਨਸ਼ੇ ਨੂੰ ਕੇਵਲ ਪੁਲਿਸ ਦਾ ਮਾਮਲਾ ਬਣਾਤਾ ਜੀ। ਪੁਲਿਸ ਉਦੋਂ ਬਾਅਦ ਆਉਂਦੀ ਹੈ ਉਹਦੇ 'ਚ, ਜਦੋਂ ਨਸ਼ੇ 'ਤੇ ਲੋਕ ਲੱਗਦੇ ਨੇ ਅਤੇ ਨਸ਼ਾ ਵੱਡੀ ਪੱਧਰ 'ਤੇ ਵੇਚਿਆ ਖਰੀਦਿਆ ਜਾਂਦਾ। ਪੁਲਿਸ ਕੇਵਲ ਕ੍ਰਾਈਮ ਦਾ ਹਿੱਸਾ ਰੋਕ ਸਕਦੀ ਹੈ ਜੀ, ਉਹਦੇ ਸਮਾਜਿਕ ਪਹਿਲੂ, ਉਹਦੇ ਮਨੋਵਿਗਿਆਨਕ ਪਹਿਲੂ, ਉਹਦੇ ਸਿਹਤ ਦੇ ਪਹਿਲੂ ਪੁਲਿਸ ਨਹੀਂ ਨਾ ਰੋਕ ਸਕਦੀ। ਜੇ ਨਸ਼ੇ 'ਤੇ ਓਵਰਆਲ ਬਣਾਉਣੀ ਹੈ ਤਾਂ ਉਹਦੇ 'ਚ ਇੱਕ ਮਲਟੀ ਡਿਸਿਪਲਿਨਰੀ, ਬਹੁ ਅਨੁਸ਼ਾਸਨੀ ਚੀਜ਼ਾਂ ਹੁੰਦੀਆਂ ਨੇ। ਇਹਦੇ 'ਚ ਹਰ ਡਿਪਾਰਟਮੈਂਟ, ਹਰ ਮੰਤਰਾਲਾ, ਚੀਫ ਮਿਨਿਸਟਰ ਦੀ ਅਗਵਾਈ 'ਚ ਜਾਂ ਕਿਸੇ ਹੋਰ ਵੱਡੇ ਵਿਅਕਤੀ ਦੀ ਅਗਵਾਈ 'ਚ, ਜਿਹੜਾ ਲਗਾਤਾਰ ਇਹ ਸੋਚੇ ਕਿ ਸਾਡਾ ਨੌਜਵਾਨ, ਤੰਦਰੁਸਤ ਨੌਜਵਾਨ ਜਿਹੜਾ ਦਲੇਰ ਸੀ, ਲੜਾਕਾ ਸੀ, ਸਾਰੇ ਪਾਸੇ ਉਹ ਕਿੱਧਰ ਗਿਆ, ਪਹਿਲਾਂ ਉਹਦੇ 'ਤੇ ਹਰ ਕਿਸਮ ਦੀ ਇੱਕ ਰਾਏ ਲੈਣੀ ਅਤੇ ਇੱਕ ਰਿਸਰਚ ਕਰਨੀ, ਅਤੇ ਉਸ ਲੈਵਲ 'ਤੇ ਆਉਣ ਦਾ ਸਵਾਲ ਹੈ। ਫਿਰ ਇੱਕ ਡਿਪਾਰਟਮੈਂਟ ਨੂੰ ਜ਼ਿਆਦਾ ਦੇ ਦਿਓ, ਦੂਜੇ ਦਾ ਨਹੀਂ, ਉਹਦੇ ਇੱਕ ਸਾਂਝੀ ਜਿਹੜੀ ਰਾਏ ਹੋਏਗੀ, ਮਿਲ ਕੇ ਸਾਰੀਆਂ ਕਾਰਵਾਈਆਂ ਹੋਣਗੀਆਂ ਤਾਂ ਉਹ ਚੱਲਣਗੀਆਂ। ਇਸੇ ਤਰ੍ਹਾਂ ਉਹਦੇ ਵਿੱਚ ਸਪੋਰਟਸ ਮਿਨਿਸਟਰੀ ਵੀ ਹੋਏਗੀ, ਉਹਦੇ ਸੱਭਿਆਚਾਰਕ ਮਿਨਿਸਟਰੀ ਵੀ ਹੋਏਗੀ, ਉਹਦੇ 'ਚ ਭਾਸ਼ਾ ਦੇ ਵੀ ਹੋਏਗੀ, ਉਹਦੇ 'ਚ ਮਨੋਵਿਗਿਆਨ, ਸਾਈਕੋਲੋਜੀ ਦੇ ਬਹੁਤ ਲੋਕ ਹੋਣੇ ਚਾਹੀਦੇ ਨੇ, ਉਹ 'ਚ ਸੋਸ਼ੀਓਲੋਜਿਸਟ ਹੋਣੇ ਚਾਹੀਦੇ ਨੇ, ਸਮਾਜ ਦੇ ਵਿੱਚ ਤਬਦੀਲੀਆਂ ਕੀ ਆ ਰਹੀਆਂ ਨੇ, ਕਿਉਂ ਆ ਰਹੀਆਂ ਨੇ, ਉਹ ਵੀ ਹੈ। ਉਹਦੇ 'ਚ ਬਿਨਾਂ ਸ਼ੱਕ ਪੁਲਿਸ ਵੀ ਦੇ ਬੰਦੇ ਵੀ ਹੋਣੇ ਚਾਹੀਦੇ ਨੇ। ਉਹ ਸਾਰਿਆਂ 'ਤੇ ਇੱਕ ਮਲਟੀ ਡਿਸਿਪਲਿਨਰੀ ਇੱਕ ਕਮੇਟੀ ਬਣਾ ਕੇ ਦੁਨੀਆ ਦੇ ਤਜਰਬੇ ਤੋਂ ਸਿੱਖੋ, ਜਿੱਥੇ ਜਿੱਥੇ ਕਿਤੇ ਉਹਦੇ ਨਾਲ ਮੈਚ ਕਰਦਾ, ਅਤੇ ਫਿਰ ਆਪਣੀ ਠੋਸ ਹਾਲਾਤ ਦੇ ਮੁਤਾਬਕ ਉਹ 'ਚ ਤਬਦੀਲੀ ਕੀ ਕਰਨੀ ਹੈ, ਉਹਦੇ 'ਚ ਆਪਣੇ ਲੈਵਲ 'ਤੇ ਤਬਦੀਲੀ ਕਰੋ, ਤਾਂ ਜਾ ਕੇ ਉਹ ਜਿਹੜਾ ਇੱਕ ਖਾਕਾ ਹੋਏਗਾ ਤੁਹਾਡੇ ਕੋਲ, ਇਕੱਲਾ ਖਾਕਾ ਉੱਥੇ ਉਹ ਲੀਕ ਲਾਈਨ ਨਾਲ ਸੈਕਟਰੀਏਟ 'ਚ ਨਹੀਂ ਬਣਨਾ। ਫਿਰ ਉਸ ਖਾਕੇ ਦੇ ਵਿੱਚ ਇਨਵੋਲਵਮੈਂਟ ਜਿਹੜੀ ਹੋਏਗੀ, ਹੇਠਾਂ ਤੋਂ ਗ੍ਰਾਮ ਸਭਾਵਾਂ, ਵਾਰਡ ਸਭਾਵਾਂ, ਪੰਚਾਇਤਾਂ, ਮਿਊਨਿਸਪਲ ਕਮੇਟੀਆਂ
NGOਜ਼ ਤੇ ਬਾਕੀ ਸਾਰੇ ਲੋਕਾਂ ਨੂੰ ਉਹਦੇ ਨਾਲ ਸੈਂਸਿਟਾਈਜ਼ ਕਰਨਾ ਪਏਗਾ, ਉਹ ਲੋਕਾਂ ਨੂੰ ਮੋਟੀਵੇਟ ਕਰਨਾ ਪਏਗਾ ਉਹ ਸਾਰੇ ਮਾਮਲੇ ਦੇ ਵਿੱਚ, ਕਿਉਂਕਿ ਹਿਊਮਨ ਬੀਇੰਗ ਉਹਨਾਂ ਚਿਰ ਨਹੀਂ ਐਕਸ਼ਨ ਚਾਹੁੰਦਾ ਜਿੰਨਾ ਚਿਰ ਉਹਨੂੰ ਜੱਚਦੀ ਨਹੀਂ ਗੱਲ ਕਿ ਵਾਕਈ ਗੱਲ ਹੈ ਮੇਰਾ ਇਹਦੇ 'ਚ ਕੋਈ ਰੋਲ ਹੈ ਉਸ ਪੱਧਰ ਦੇ ਉੱਤੇ। ਜਦੋਂ ਤੁਸੀਂ ਉਹ ਜਚਾ ਜਾਂਦੇ ਹੋ ਤਾਂ ਫਿਰ ਉਹ ਬਣਦਾ। ਇਕੱਲੀਆਂ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ, ਸਰਕਾਰ ਇੱਕ ਲਿਮਟਿਡ ਰੋਲ 'ਚ ਹੈ ਹੁਣ ਜੀ ਬਿਲਕੁਲ। ਉਹਦੇ ਲਈ ਸਮਾਜ ਬਹੁਤ ਵੱਡੀ ਚੀਜ਼ ਹੈ। ਸਮਾਜ, ਸਰਕਾਰਾਂ ਤੇ ਪੋਲੀਟਿਕਸ ਇੱਕ ਹਿੱਸਾ ਹੈ ਉਹਦਾ, ਅਤੇ ਉਹ ਸਮੁੱਚੇ ਸਮਾਜ ਨੂੰ ਇਨਵੋਲਵ ਕਿਵੇਂ ਕੀਤਾ ਜਾ ਸਕਦਾ ਉਹਦੇ ਬਾਰੇ ਸੋਚ ਕੇ ਇੱਕ ਪੂਰਾ ਰੋਡ ਮੈਪ ਬਣਾਉਣਾ ਚਾਹੀਦਾ ਮੇਰੇ ਖਿਆਲ ਹੈ। ਤਾਂ ਇੱਕ ਗੰਭੀਰਤਾ ਨਜ਼ਰ ਆਏਗੀ ਕਿ ਕੋਈ ਨਵੇਂ ਬੰਦੇ ਆਏ ਜਿਨ੍ਹਾਂ 'ਚ ਗੰਭੀਰਤਾ ਹੈਗੀ ਹੈ ਅਤੇ ਉਹ ਸੋਚਣ ਲਈ ਘੱਟੋ ਘੱਟ ਤਿਆਰ ਨੇ। ਹੱਲ ਕਿੰਨਾ ਹੋਊਗਾ ਉਹ ਤੋਂ ਬਾਅਦ ਦੀ ਗੱਲ ਹੈ। ਅਤੇ ਜੇਕਰ ਤੁਹਾਡੇ ਦਿੱਲੀ ਜਾਂ ਚੰਡੀਗੜ੍ਹ ਬੈਠੇ ਕਿਸੇ ਬੰਦੇ ਦੇ ਦਿਮਾਗ 'ਚ ਆ ਜੇ, ਦਿਮਾਗ ਖਰਾਬ ਹੋ ਜੇ ਇਹੋ ਜਿਹਾ ਕਿ ਮੈਨੂੰ ਸਭ ਕੁਝ ਆਉਂਦਾ, ਬਸ ਮੈਨੂੰ ਤੁਸੀਂ ਪ੍ਰੋਬਲਮ ਦੱਸੋ ਮੈਂ ਹੱਲ ਲਈ ਬੈਠਾ ਜੇਬ 'ਚ, ਜੀ, ਤਾਂ ਫਿਰ ਦੁਨੀਆ ਦੇ ਵਿੱਚ ਮਹਾਮੂਰਖਤਾ ਦਾ ਫਿਰ ਕੋਈ ਇਲਾਜ ਨਹੀਂ, ਇਦੋਂ ਜ਼ਿਆਦਾ ਨਹੀਂ ਕਦੇ ਹੁੰਦਾ। ਦੁਨੀਆ ਦੀਆਂ ਸਮੱਸਿਆਵਾਂ ਦੁਨੀਆ ਮਿਲ ਕੇ ਅਤੇ ਦੁਨੀਆ ਦੇ ਵੱਖ-ਵੱਖ ਲੋਕ ਜਹਿਦਾਂ ਕਰਕੇ ਸਾਂਝੀ ਇੱਕ ਸੋਚ ਬਣਾ ਕੇ ਹੱਲ ਕਰਦੇ ਨੇ। ਸਭ ਤੋਂ ਵੱਡੀ ਗੱਲ ਉਹੀ ਸੰਵਾਦ ਦਾ ਕੁਐਸਚਨ ਹੈ, ਲੋਕਾਂ ਨਾਲ ਸੰਵਾਦ ਰਚਾਓ। ਸਾਡਾ ਲੀਡਰ ਕੋਈ ਵੀ ਹੈ ਉਹ ਸੰਵਾਦ ਤੋਂ ਭੱਜ ਰਿਹਾ। ਪਹਿਲਾਂ ਪ੍ਰਧਾਨ ਮੰਤਰੀ ਨੇ 7.5 ਸਾਲ ਪ੍ਰੈਸ ਕਾਨਫਰੰਸ ਨਹੀਂ ਕੀਤੀ, ਹੁਣ ਮੁੱਖ ਮੰਤਰੀ ਨਹੀਂ ਕਰਨਾ ਚਾਹੁੰਦਾ। ਅਤੇ ਸੰਵਾਦ ਤੋਂ ਭੱਜਣ ਵਾਲੇ ਬੰਦੇ ਨਹੀਂ ਚਾਹੁੰਦੇ ਵੀ ਹੋਣ, ਚੰਗੇ ਵੀ ਹੋਣ ਤਾਂ ਵੀ ਨਹੀਂ ਉਹਨਾਂ ਨੂੰ, ਕਿਉਂਕਿ ਉਹ ਗੱਲ ਹੀ ਨਹੀਂ ਸਮਾਜ ਦੀ ਤੁਹਾਡੇ ਉਸ ਲੈਵਲ ਦੇ ਉੱਤੇ ਪੱਲੇ ਪੈਂਦੀ। ਪਹਿਲਾਂ ਉਹ ਤਰੀਕਾ ਅਪਣਾਉਣ ਦਾ ਸਵਾਲ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।